ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਬਾਈਡਨ ਦੀ ਪੁਤਿਨ ਨੂੰ ਚੇਤਾਵਨੀ, ਨਾਟੋ ਦੇਸ਼ਾਂ ਦੇ 1-1 ਇੰਚ ਜ਼ਮੀਨ ਦੀ ਰੱਖਿਆ ਲਈ ਤਿਆਰ। ਬਾਈਡਨ ਨੇ ਕਿਹਾ, ਆਜ਼ਾਦ, ਸਥਿਰ ਤੇ ਸੁਰੱਖਿਅਤ ਇੰਡੋ ਪੈਸੀਫਿਕ ਖੇਤਰ ਲਈ ਵਚਨਬੱਧ ਹੈ ਅਮਰੀਕਾ। US ਅਤੇ UK ਲਈ 에ਅਰ ਇੰਡੀਆ ਹਫ਼ਤੇ ਵਿੱਚ 20 ਹੋਰ ਵਾਧੂ ਉਡਾਣਾਂ ਕਰੇਗੀ ਸ਼ੁਰੂ। ਰਾਹਤ ਦੀ ਖਬਰ, ਆਸਟ੍ਰੇਲੀਆ ਨੇ ਕੋਵਿਡ ਆਈਸੋਲੇਸ਼ਨ ਨਿਯਮ ਕੀਤਾ ਖਤਮ। ਅਮਰੀਕਾ ਦੇ ਟੈਕਸਸ ਵਿੱਚ ਗੋਲੀਬਾਰੀ, 2 ਪ੍ਰਵਾਸੀਆਂ ਸਣੇ 7 ਮੌਤਾਂ। ਜੈ ਸ਼ੰਕਰ ਦੀ 2 ਟੁਕ, F-16 ਤੇ ਅਮਰੀਕਾ ਨੂੰ ਕਿਹਾ, ਕਿਸ ਨੂੰ ਮੂਰਖ ਬਣਾ ਰਹੇ ਹੋ। ਪੁਤਿਨ ਨੇ ਭਾਰਤ ਦਾ ਨਾਂ ਲੈ ਕੇ ਪੱਛਮੀ ਦੇਸ਼ਾਂ ਤੇ ਬੋਲਿਆ ਹਮਲਾ, ਬੋਲੇ ਪਹਿਲਾਂ ਭਾਰਤ ਨੂੰ ਲੁੱਟਿਆ। ਤੇ ਹੁਣ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਯੂਕਰੇਨ ਜੰਗ ਦਰਮਿਆਨ ਰੂਸ ਨੂੰ ਚੇਤਾਵਨੀ ਦਿੱਤੀ ਹੈ। ਬਾਈਡਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਨਾਟੋ ਦੇਸ਼ਾਂ ਦੇ ਖੇਤਰ ਦੇ 1-1 ਇੰਚ ਦੀ ਰੱਖਿਆ ਲਈ ਆਪਣੇ ਨਾਟੋ ਸਹਿਯੋਗੀਆਂ ਨਾਲ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਾਟੋ ਦੇਸ਼ਾਂ ਨੂੰ ਧਮਕੀਆਂ ਦੇਣਾ ਬੰਦ ਕਰੇ। ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੁਤਿਨ ਮੇਰੀ ਗੱਲ ਨੂੰ ਹਲਕੇ ਵਿੱਚ ਨਾ ਲੈਣ। ਅਮਰੀਕਾ ਨਾਟੋ ਦੇਸ਼ਾਂ ਦੇ ਖੇਤਰ ਦੇ 1-1 ਇੰਚ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਰੂਸ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹਾਂ। ਬਾਈਡਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਪੁਤਿਨ ਦੀਆਂ ਧਮਕੀਆਂ ਤੋਂ ਡਰਨਗੇ ਨਹੀਂ। ਬਾਈਡਨ ਨੇ ਕਿਹਾ ਕਿ ਪੁਤਿਨ ਦੀਆਂ ਕਾਰਵਾਈਆਂ ਇਸ ਗੱਲ ਦਾ ਸੰਕੇਤ ਨੇ ਕਿ ਉਹ ਸੰਘਰਸ਼ ਕਰ ਰਹੇ ਨੇ। ਉਹ ਆਪਣੇ ਗੁਆਂਢੀਆਂ ਦੇ ਇਲਾਕੇ ਤੇ ਕਬਜ਼ਾ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਤੋਂ ਬਚ ਸਕਦਾ ਹੈ। ਅਸੀਂ ਯੂਕਰੇਨ ਨੂੰ ਫੌਜੀ ਸਾਜ਼ੋ ਸਮਾਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਪੁਤਿਨ ਅਤੇ ਉਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਧਰ ਪੁਤਿਨ ਨੇ ਰੂਸ ਵਿੱਚ ਡੋਨੇਸਟਕ, ਲੁਹਾਨਸਕ, ਜ਼ੈਪੋਰੀਜ਼ੀਆ, ਖੇਰਸਨਸ ਨੂੰ ਸ਼ਾਮਿਲ ਕੀਤਾ। ਆਪਣੇ ਸ਼ੁੱਕਰਵਾਰ ਦੇ ਭਾਸ਼ਣ ਵਿੱਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਲੁੱਟਿਆ ਅਤੇ ਹੁਣ ਉਹਨਾਂ ਦੀ ਨਜ਼ਰ ਰੂਸ ਤੇ ਹੈ। ਪੱਛਮੀ ਦੇਸ਼ ਰੂਸ ਵਿਰੁੱਧ ਸਾਜ਼ਿਸ਼ ਰਚ ਰਹੇ ਨੇ। ਰੂਸ ਦੇ ਸਾਬਕਾ ਨੇਤਾਵਾਂ ਤੇ ਟਿੱਪਣੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਮਰੀਕਾ ਦੀ ਆੜ ਵਿੱਚ ਆਪਣੀ ਰਣਨੀਤਕ ਸ਼ਕਤੀ ਨੂੰ ਘਟਾ ਦਿੱਤਾ ਹੈ, ਜਦੋਂ ਕਿ ਦੂਜੇ ਦੇਸ਼ਾਂ ਵਿੱਚ ਅਸੀਂ ਹਥਿਆਰਾਂ ਦੇ ਸਮਾਨ ਭੰਡਾਰ ਨੂੰ ਕਾਇਮ ਰੱਖਦੇ ਹਾਂ। ਬਾਈਡਨ ਨੇ ਕਿਹਾ ਕਿ ਅਸੀਂ ਰੂਸ ਦੇ ਯੂਕਰੇਨ ਦੇ ਖੇਤਰ ਨੂੰ ਆਪਣੇ ਨਾਲ ਜੋੜਨ ਤੇ ਇਸ ਦੇ ਫੈਸਲੇ ਦੀ ਨਿੰਦਾ ਕਰਦੇ ਹਾਂ। ਉਸਨੇ ਕ੍ਰੈਮਲਿਨ ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਰੂਸ ਨੇ ਸੰਯੁਕਤ ਰਾਸ਼ਟਰ ਚਾਰਟਰ ਨੂੰ ਕੁਚਲਣ ਦਾ ਕੰਮ ਕੀਤਾ ਹੈ। ਅਮਰੀਕਾ ਹਮੇਸ਼ਾ ਯੂਕਰੇਨ ਦੀਆਂ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਹੱਦਾਂ ਦਾ ਸਨਮਾਨ ਕਰੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਆਜ਼ਾਦ, ਖੁੱਲ੍ਹੇ, ਸਥਿਰ ਅਤੇ ਸੁਰੱਖਿਅਤ ਇੰਡੋ ਪੈਸੀਫਿਕ ਖੇਤਰ ਲਈ ਵਚਨਬੱਧ ਹੈ। ਵੀਰਵਾਰ ਨੂੰ ਵਾਸ਼ਿੰਗਟਨ ਵਿੱਚ 1 ਦਰਜਨ ਪ੍ਰਸ਼ਾਂਤ ਟਾਪੂ ਦੇਸ਼ਾਂ ਦੀ ਇੱਕ ਕਾਨਫਰੰਸ ਵਿੱਚ ਬੋਲਦਿਆਂ ਬਾਈਡਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਰਣਨੀਤਕ ਤੌਰ ਤੇ ਮਹੱਤਵਪੂਰਨ ਖੇਤਰ ਵਿੱਚ ਬਹੁਤ ਸਾਰਾ ਇਤਿਹਾਸ ਲਿਖਿਆ ਜਾਵੇਗਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਈਡਨ ਨੇ ਕਿਹਾ ਕਿ ਅੱਜ ਅਸੀਂ ਪ੍ਰਸ਼ਾਂਤ ਮਹਾਸਾਗਰ ਵਿੱਚ ਗੰਭੀਰ ਸੁਰੱਖਿਆ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਮਰੀਕਾ ਅਤੇ ਦੁਨੀਆ ਦੀ ਸੁਰੱਖਿਆ ਤੁਹਾਡੇ ਅਤੇ ਪ੍ਰਸ਼ਾਂਤ ਦੀ ਸੁਰੱਖਿਆ ਤੇ ਨਿਰਭਰ ਕਰਦੀ ਹੈ। ਇਸ ਕਾਨਫਰੰਸ ਦਾ ਮਕਸਦ ਜਲਵਾਯੂ ਪਰਿਵਰਤਨ ਦੇ ਖਤਰੇ ਦੇ ਨਾਲ ਨਜਿੱਠਣ ਲਈ ਇੱਕ ਦੂਜੇ ਨਾਲ ਪ੍ਰਤੀਬੱਧਤਾ ਜਤਾਉਣਾ ਵੀ ਹੈ। ਫਿਜੀ, ਸੋਲੋਮਨ ਆਈਲੈਂਡ, ਪਾਪੂਆ ਨਿਊ ਗਿਨੀ, ਤਵਾਲੂ, ਪਲਾਊ, ਸਮੋਆ, ਟੋਂਗਾ, ਪੋਲੀਨੇਸ਼ੀਆ, ਮਾਰਸ਼ਲ ਆਈਲੈਂਡਸ, ਨਿਊ ਕੈਲੇਡੋਨੀਆ ਦੇ ਰਾਜਾਂ ਦੇ ਮੁਖੀਆਂ ਨੇ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਕੋਵਿਡ ਅਤੇ ਯੂਕਰੇਨ ਯੁੱਧ ਕਾਰਨ ਪਟੜੀ ਤੋਂ ਉਤਰੀ ਆਰਥਿਕਤਾ ਦੇ ਮੁੜ ਨਿਰਮਾਣ ਲਈ ਵਚਨਬੱਧ ਹਨ। ਬਾਈਡਨ ਨੇ ਘੋਸ਼ਣਾ ਕੀਤੀ ਕਿ ਉਸ ਦਾ ਪ੍ਰਸ਼ਾਸਨ ਕਈ ਮਹੱਤਵਪੂਰਨ ਕੂਟਨੀਤਿਕ ਕਦਮ ਵੀ ਚੁੱਕੇਗਾ। ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। PM ਦਫ਼ਤਰ ਵਿੱਚ ਕਈ ਚੀਜ਼ਾਂ ਦੇ ਲੱਗੀ ਪਾਬੰਦੀ, ਨਿਊਜ਼ੀਲੈਂਡ ਨੂੰ ਪ੍ਰਭੂਸੱਤਾ ਸੰਪੰਨ ਰਾਜ ਵਜੋਂ ਮਾਨਤਾ। ਉਸਨੇ ਕਿਹਾ, ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਚਿਤ ਸਲਾਹ ਮਸ਼ਵਰੇ ਤੋਂ ਬਾਅਦ ਅਸੀਂ ਕੁੱਕ ਆਈਲੈਂਡਸ ਅਤੇ ਨਿਊਜ਼ੀਲੈਂਡ ਨੂੰ ਪ੍ਰਭੂਸੱਤਾ ਸੰਪੰਨ ਰਾਜਾਂ ਵਜੋਂ ਮਾਨਤਾ ਦੇਵਾਂਗੇ। ਸਾਡੇ ਕੋਲ ਇਸ ਸਮੇਂ ਇਸ ਖੇਤਰ ਵਿੱਚ ਜਲਵਾਯੂ ਪ੍ਰੋਗਰਾਮਾਂ ਵਿੱਚ ਲਗਭਗ $375 ਮਿਲੀਅਨ ਦੀ ਲਾਗਤ ਹੈ। ਬਾਈਡਨ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਟਾਪੂ ਇੱਕ ਸਮੁੰਦਰੀ ਮਹਾਦੀਪ ਜੋ ਧਰਤੀ ਦੀ ਸਤਹ ਦੇ ਲਗਭਗ 15
प्रतिशत ਨੂੰ ਕਵਰ ਕਰਦਾ ਹੈ। ਇੰਡੋ ਪੈਸੀਫਿਕ ਦਾ ਇੱਕ ਮਹੱਤਵਪੂਰਨ ਉਪ ਖੇਤਰ ਹੈ। ਵਾਈਟ ਹਾਊਸ ਅਨੁਸਾਰ ਸੰਮੇਲਨ ਜਲਵਾਯੂ ਪਰਿਵਰਤਨ, ਮਹਾਮਾਰੀ ਅਤੇ ਆਰਥਿਕ ਰਿਕਵਰੀ, ਸਮੁੰਦਰੀ ਸੁਰੱਖਿਆ, ਵਾਤਾਵਰਣ ਸੁਰੱਖਿਆ ਅਤੇ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ ਪੈਸੀਫਿਕ ਨੂੰ ਅੱਗੇ ਵਧਾਉਣ ਵਰਗੇ ਮੁੱਖ ਮੁੱਦਿਆਂ ਤੇ ਅਮਰੀਕਾ ਦੇ ਵਿਆਪਕ ਅਤੇ ਡੂੰਘੇ ਸਹਿਯੋਗ ਨੂੰ ਦਰਸਾਉਂਦਾ ਹੈ। ਏਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਨਿਸ਼ਾਨੇ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ। ਇਸ ਵਿੱਚ ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਬਰਮਿੰਘਮ, ਲੰਡਨ ਅਤੇ ਸੈਨ ਫਰਾਂਸਿਸਕੋ ਅਮਰੀਕਾ ਲਈ ਹਰ ਹਫ਼ਤੇ 20 ਵਾਧੂ ਉਡਾਨਾਂ ਦਾ ਐਲਾਨ ਕੀਤਾ। ਮਤਲਬ ਏਅਰ ਇੰਡੀਆ ਲੰਡਨ, ਬਰਮਿੰਘਮ, ਸੈਨ ਫਰਾਂਸਿਸਕੋ ਨੂੰ ਜੋੜਨ ਲਈ ਹੋਰ ਵੱਧ ਉਡਾਨਾਂ ਸ਼ੁਰੂ ਕਰਨ ਜਾ ਰਹੀ ਹੈ। ਏਅਰ ਇੰਡੀਆ ਨੇ 40 ਹਫ਼ਤਾਵਾਰੀ ਉਡਾਨਾਂ ਦੇ ਨਾਲ ਅਮਰੀਕਾ ਲਈ ਆਪਣਾ ਸੰਚਾਲਨ ਹੁਣ ਮਜ਼ਬੂਤ ਕੀਤਾ ਹੈ। ਇਹ ਅੰਤਰਰਾਸ਼ਟਰੀ ਹਵਾਬਾਜ਼ੀ ਦੇ ਨਕਸ਼ੇ ਤੇ ਇੱਕ ਸ਼ਲਾਘਾਯੋਗ ਉਪਰਾਲਾ ਹੋਵੇਗਾ। ਹੁਣ ਇਹਨਾਂ 3 ਗਲੋਬਲ ਮੰਜ਼ਿਲਾਂ ਲਈ ਵਾਧੂ ਉਡਾਨਾਂ ਇਸ ਸਾਲ ਅਕਤੂਬਰ ਤੋਂ ਦਸੰਬਰ ਤੱਕ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾਣਗੀਆਂ। ਯੂਕੇ ਬਰਮਿੰਘਮ ਲਈ ਹਫ਼ਤੇ ਵਿੱਚ 5 ਵਾਧੂ ਉਡਾਨਾਂ, ਲੰਡਨ ਲਈ 9 ਵਾਧੂ ਉਡਾਨਾਂ ਅਤੇ ਸੈਨ ਫਰਾਂਸਿਸਕੋ ਕੈਲੀਫੋਰਨੀਆ ਅਮਰੀਕਾ ਲਈ ਏਅਰ ਇੰਡੀਆ ਹਫ਼ਤੇ ਵਿੱਚ 6 ਵਾਧੂ ਉਡਾਨਾਂ ਭਰੇਗੀ, ਜਿਸ ਨਾਲ ਗਾਹਕਾਂ ਨੂੰ ਹਰ ਹਫ਼ਤੇ 5000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋਵੇਗਾ ਅਤੇ ਜਿਸ ਵਿੱਚ ਕਨੈਕਟੀਵਿਟੀ, ਸਹੂਲੀਅਤ ਅਤੇ ਕੈਬਿਨ ਸਪੇਸ ਦੇ ਮਾਮਲੇ ਵਿੱਚ ਕਾਫੀ ਵਿਕਲਪ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਬਰਮਿੰਘਮ ਨੂੰ ਹਰ ਹਫ਼ਤੇ 5 ਵਾਧੂ ਉਡਾਨਾਂ ਮਿਲਣਗੀਆਂ, 3 ਦਿੱਲੀ ਤੋਂ ਅਤੇ 2 ਵਾਧੂ ਅੰਮ੍ਰਿਤਸਰ ਤੋਂ। ਲੰਡਨ ਨੂੰ 9 ਵਾਧੂ ਹਫ਼ਤਾਵਾਰ ਉਡਾਨਾਂ ਮਿਲਣਗੀਆਂ, ਜਿਨ੍ਹਾਂ ਵਿੱਚੋਂ 5 ਮੁੰਬਈ ਤੋਂ, 3 ਦਿੱਲੀ ਤੋਂ ਅਤੇ 1 ਅਹਿਮਦਾਬਾਦ ਗੁਜਰਾਤ ਤੋਂ ਹੈ। ਕੁੱਲ ਮਿਲਾ ਕੇ 7 ਭਾਰਤੀ ਸ਼ਹਿਰਾਂ ਵਿੱਚ ਹੁਣ ਯੂਕੇ ਦੀ ਰਾਜਧਾਨੀ ਲਈ ਏਅਰ ਇੰਡੀਆ ਦੀਆਂ ਨਾਨ ਸਟਾਪ ਉਡਾਨਾਂ ਹੋਣਗੀਆਂ। ਏਅਰ ਇੰਡੀਆ ਹੁਣ ਮੁੰਬਈ ਨੂੰ ਸੈਨ ਫਰਾਂਸਿਸਕੋ ਅਮਰੀਕਾ ਦੇ ਨਾਲ ਹਫ਼ਤਾਵਾਰੀ 3 ਵਾਰ ਸੇਵਾ ਨਾਲ ਜੋੜੇਗਾ ਅਤੇ 3 ਵਾਰ ਹਫ਼ਤਾਵਾਰੀ ਬੈਂਗਲੁਰੂ ਆਪਰੇਸ਼ਨ ਨੂੰ ਬਹਾਲ ਕਰੇਗਾ। ਏਅਰ ਇੰਡੀਆ ਦੀ ਇਹ ਪੇਸ਼ਕਸ਼ ਸੈਨ ਫਰਾਂਸਿਸਕੋ ਨੂੰ 10 ਤੋਂ 16 ਹਫ਼ਤਾਵਾਰ ਤੱਕ ਲੈਂਦੀ ਹੈ, ਜੋ ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਨਾਨ ਸਟਾਪ ਸੇਵਾ ਦੇ ਨਾਲ ਜੋੜੇਗੀ। ਇਸ ਵਿੱਚ ਏਅਰ ਇੰਡੀਆ ਨੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੋਂ ਹੋਰ ਅੰਤਰਰਾਸ਼ਟਰੀ ਸਥਾਨਾਂ ਤੱਕ ਸੰਪਰਕ ਵਿੱਚ ਸੁਧਾਰ ਕਰਨਾ ਆਪਣਾ ਇੱਕ ਮਹੱਤਵਪੂਰਨ ਫੋਕਸ ਕਾਇਮ ਕੀਤਾ ਹੈ। US ਅਤੇ UK ਵਿੱਚ ਇਹ ਵੱਡੀ ਬਰਾਬਰਤਾ ਦੇ ਨਾਲ ਵਾਧਾ, ਨਾਲ ਹੀ ਨਵੀਆਂ ਸਿਟੀਆਂ ਨੂੰ ਵੀ ਜੋੜਿਆ ਜਾਵੇਗਾ। ਏਅਰਕ੍ਰਾਫਟ ਦੇ ਕੈਬਿਨ ਇੰਟੀਰੀਅਰਾਂ ਨੂੰ ਜੋੜਨਾ ਟਾਟਾ ਗਰੁੱਪ ਦੁਆਰਾ ਏਅਰ ਇੰਡੀਆ ਦੀ ਪ੍ਰਾਪਤੀ ਤੋਂ ਸਿਰਫ 10 ਮਹੀਨਿਆਂ ਬਾਅਦ ਇਹ ਫੈਸਲਾ ਲਿਆ ਗਿਆ, ਜੋ ਏਅਰ ਇੰਡੀਆ ਦਾ ਇੱਕ ਸ਼ੁਰੂਆਤੀ ਦਾ ਵੱਡਾ ਕਦਮ ਹੋਵੇਗਾ। ਨਵੇਂ ਜਹਾਜ਼ਾਂ ਨੂੰ ਲੀਜ਼ ਤੇ ਦੇਣ ਦੇ ਨਾਲ-ਨਾਲ ਏਅਰ ਇੰਡੀਆ ਮੌਜੂਦਾ ਨੈਰੋ ਬਡੀ ਅਤੇ ਵਾਈਟ ਬਾਡੀ ਜਹਾਜ਼ਾਂ ਨੂੰ ਆਪਰੇਟਿੰਗ ਫਲਾਈਟ ਵਿੱਚ ਬਹਾਲ ਕਰਨ ਲਈ ਵੀ ਕੰਮ ਕਰ ਰਹੀ ਹੈ। ਆਸਟ੍ਰੇਲੀਆ ਨੇ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਲਾਜ਼ਮੀ ਕੋਵਿਡ-19 ਆਈਸੋਲੇਸ਼ਨ ਨਿਯਮ ਨੂੰ ਖਤਮ ਕਰ ਦੇਵੇਗਾ। BBC ਦੀ ਰਿਪੋਰਟ ਮੁਤਾਬਿਕ ਵਰਤਮਾਨ ਵਿੱਚ ਜਿਹੜੇ ਵਿਅਕਤੀ ਦਾ ਵਾਇਰਸ ਲਈ ਟੈਸਟ ਪੋਜ਼ਿਟਿਵ ਆਉਂਦਾ ਹੈ, ਉਸ ਨੂੰ 5 ਦਿਨਾਂ ਲਈ ਅਲੱਗ ਰਹਿਣਾ ਹੋਵੇਗਾ, ਪਰ ਇਹ ਨਿਯਮ ਵੀ 14 ਅਕਤੂਬਰ ਤੋਂ ਖਤਮ ਹੋ ਜਾਵੇਗਾ। ਕਈ ਵਾਰ ਫੋਰੈਸਟ ਆਸਟ੍ਰੇਲੀਆ ਦੇ ਉਪਨਾਮ ਨਾਲ ਦੇਸ਼ ਵਿੱਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਦੀਆਂ ਕੁਝ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫਸਰ ਪੌਲ ਕੈਲੀ ਨੇ ਕਿਹਾ ਕਿ ਐਮਰਜੈਂਸੀ ਪੜਾਅ ਸ਼ਾਇਦ ਖਤਮ ਹੋ ਗਿਆ ਹੈ, ਪਰ ਉਸ ਨੂੰ ਕਿਹਾ ਕਿ ਇਹ ਫੈਸਲਾ ਕਿਸੇ ਵੀ ਤਰ੍ਹਾਂ ਇਹ ਸੁਝਾਅ ਨਹੀਂ ਦਿੰਦਾ ਕਿ ਮਹਾਮਾਰੀ ਖਤਮ ਹੋ ਗਈ ਹੈ। ਲਾਜ਼ਮੀ ਅਲੱਗ-ਥਲੱਗ ਬਾਕੀ ਬਚੀਆਂ ਕੁਝ ਪਾਬੰਦੀਆਂ ਵਿੱਚੋਂ ਇੱਕ ਸੀ। ਅਧਿਕਾਰਿਤ ਅੰਕੜੇ ਦਰਸਾਉਂਦੇ ਨੇ ਕਿ ਆਸਟ੍ਰੇਲੀਆ ਹਰ ਦਿਨ ਲਗਭਗ 5500 ਵਾਇਰਸ ਦੇ ਕੇਸ ਦਰਜ ਕਰ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਪ੍ਰੋਫੈਸਰ ਕੈਲੀ ਨੇ ਕਿਹਾ ਕਿ ਦੇਸ਼ ਵਾਇਰਸ ਦੇ ਭਵਿੱਖ ਦੀਆਂ ਸਿਖਰਾਂ ਨੂੰ ਦੇਖੇਗਾ, ਪਰ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਅਤੇ ਬਜ਼ੁਰਗਾਂ ਵਿੱਚ ਪ੍ਰਕੋਪ ਦੀ ਬਹੁਤ ਘੱਟ ਸੰਖਿਆ ਵੇਖਣ ਨੂੰ ਮਿਲ ਰਹੀ ਹੈ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਤਬਦੀਲੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਇਸ ਲਈ ਜ਼ੋਰ ਪਾਇਆ ਉਹ ਵਿਗਿਆਨਿਕ ਤੌਰ ਤੇ ਪੜ੍ਹੇ ਲਿਖੇ ਨਹੀਂ ਹਨ ਅਤੇ ਜਾਨਾਂ ਨੂੰ ਜੋਖਿਮ ਵਿੱਚ ਪਾ ਰਹੇ ਨੇ। ਆਸਟ੍ਰੇਲੀਆ ਵਿੱਚ ਲਗਭਗ 15000 ਲੋਕ ਵਾਇਰਸ ਨਾਲ ਮਰ ਚੁੱਕੇ ਨੇ। ਮਹਾਮਾਰੀ ਦੌਰਾਨ ਆਸਟ੍ਰੇਲੀਆ ਨੇ ਲਗਭਗ 2 ਸਾਲਾਂ ਲਈ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਦੇਸ਼ ਭਰ ਵਿੱਚ ਆਵਾਜਾਈ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ। ਅਮਰੀਕਾ ਦੇ ਟੈਕਸਸ ਸੂਬੇ ਵਿੱਚ 2 ਪ੍ਰਵਾਸੀਆਂ ਸਣੇ 7 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ। ਪਹਿਲਾ ਵਾਰਦਾਤ ਵੈਕੋ ਸ਼ਹਿਰ ਤੋਂ 32 ਕਿਲੋਮੀਟਰ ਦੱਖਣ ਪੱਛਮ ਵੱਲ ਸਥਿਤ ਮੈਕਗ੍ਰੈਕਰ ਕਸਬੇ ਵਿੱਚ ਵਾਪਰੀ, ਜਿੱਥੇ 5 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਦੂਜੀ ਵਾਰਦਾਤ ਅਲ ਪਾਸੋ ਦੇ ਬਾਹਰਹਾਲ ਸਥਿਤ ਇਲਾਕੇ ਵਿੱਚ ਵਾਪਰੀ, ਜਿੱਥੇ ਟਰੱਕ ਵਿੱਚ ਸਵਾਰ 2 ਜਣਿਆਂ ਨੇ ਸੜਕ ਕਿਨਾਰੇ ਖੜੇ ਪ੍ਰਵਾਸੀਆਂ ਉੱਪਰ ਗੋਲੀਆਂ ਚਲਾ ਦਿੱਤੀਆਂ। ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਦੇ ਨਵੀਨੀਕਰਨ ਲਈ
45 ਕਰੋੜ ਡਾਲਰ ਦੀ ਮਦਦ ਦੇਣ ਵਾਲੇ ਅਮਰੀਕਾ ਦੇ ਫੈਸਲੇ ਤੇ ਹੁਣ ਤੱਕ ਦੀ ਸਭ ਤੋਂ ਸਖਤ ਟਿੱਪਣੀ ਕਰਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਤੁਸੀਂ ਕਿਸ ਨੂੰ ਮੂਰਖ ਬਣਾ ਰਹੇ ਹੋ। ਸਭ ਨੂੰ ਪਤਾ ਕਿ ਇਹ ਪੈਸਾ ਕਿੱਥੇ ਖਰਚ ਕੀਤਾ ਜਾਵੇਗਾ। ਹਾਲਾਂਕਿ ਜੈਸ਼ੰਕਰ ਨੇ ਇਹ ਟਿੱਪਣੀ ਵਾਸ਼ਿੰਗਟਨ ਵਿੱਚ ਅਮਰੀਕੀ ਭਾਰਤੀ ਭਾਈਚਾਰੇ ਵੱਲੋਂ ਆਯੋਜਿਤ ਇੱਕ ਸਮਾਰੋਹ ਵਿੱਚ ਕੀਤੀ, ਪਰ ਇਸ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਗਏ ਵਿਦੇਸ਼ ਮੰਤਰੀ 3 ਦਿਨ ਉੱਥੇ ਰਹੇ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਸਮੇਤ ਬਹੁਤ ਸਾਰੇ ਮਹੱਤਵਪੂਰਨ ਲੋਕਾਂ ਨੂੰ ਮਿਲੇ ਸਨ। स्पष्ट है कि विदेश मंत्री की इस रवैये की झलक उन्होंने मीटिंगों में भी जरूर देखने को मिली होगी और यह रवैया ना तो गैर वाजब है और ना ही गैर कुदरती। अतवाद के सवाल से पाकिस्तान का लापरवाह रवैया सब जानते हैं। भारत ही इसका मुख्य शिकार नहीं होया, होर देश भी इसके गवाह रहे ने। अमरीका खुद भी इस ते इतराज़ करता रहा है। 2018 में तत्काली अमरीकी राष्ट्रपति डोनाल्ड ट्रंप ने पाकिस्तान को दी जाने वाली $2 बिलियन की सुरक्षा सहायता मुअत्तल कर दिता सी। यह हवाला देंदे होए कि वह अफगान तालिबान और हक्कानी नैटवर्क वर्गे अतवादी समूहों के खिलाफ प्रभावी कार्रवाई करने के योग नहीं रहा, ना ही वो इत्थे उन्होंने सुरक्षित पनाहगाहां तबाह कर सके। उस तो बाद ये पहली बार है जदों अमरीकी विदेश विभाग ने पाकिस्तान सरकार को विदेशी फौजी सैल की मंजूरी दी है। यह सवाल स्वाभाविक ही उठता है कि अमरीका के रवैये विच इस अचानक तब्दीली का कारण की है कि पाकिस्तान ने इस दौरान अतवाद से अपना रुख बदलने लई सचमुच कोई ठोस संकेत दिता है? बिल्कुल नहीं। सगों पिछले दिन ही उसने संयुक्त राष्ट्र विच लश्करे तोयबा नाल जुड़े एक अतवादी नूं ब्लैक लिस्ट करने की कोशिश नूं नाकाम करने लई एक बार फिर चीन नाल हथ मिलाया। अजिहे विच F-16 लड़ाकू जहाज़ के नाँ ते उसकी मदद करने का की मतलब है? इस ते दावा किया जा रहा है कि ये जहाज़ अतवाद विरोधी कार्रवाइयां में मदद करनगे। विदेश मंत्री जयशंकर ने सही कहा कि अमरीका पाकिस्तान संबंधों की प्रकृति नूं हुण तक ना तो पाकिस्तान की मदद की है और ना ही अमरीका नूं कोई फायदा होया है। इस बारे मुड़ विचार करना समय की मुख्य लोड़ है। इस विच कोई शक नहीं कि पाकिस्तान जां किसी भी देश बारे अपनी नीति अमरीकी सरकार तय करेगी, पर एक दोस्त देश होने करके उसनूं उन्हां नीतियां दे चंगे माड़े पहलुआं तो जाणू करवाउणा भारत का काम है और अपने हितों का हवाला देंदे होए लोड़ अनुसार उन्हां बारे अपने रुख नूं नरम जां सख्त करदे ने। रूस के राष्ट्रपति व्लादिमीर पुतिन ने शुक्रवार 30 सितंबर को यूक्रेन के 4 हिस्सों लुहानस्क, डोनेट्स्क, जिपोरेजिया और खेरसन को अपने देश में रिलेवें का ऐलान किया। यूक्रेन के इन्होंने 4 हिस्सों को रूस नाल मिलाउण लई क्रेमलिन में एक प्रोग्राम आयोजित किया गया सी। इस मौके रूसी राष्ट्रपति पश्चिमी देशों से वरिया। इस दौरान उन्होंने पश्चिमी देशों से रूस खिलाफ साजिश रचन का दोष लगाया। पुतिन ने भारत का नाम लैके पश्चिमी देशों से भी हमला बोलिया। पुतिन ने पश्चिमी देशों से लोगों का कतलेआम करन, लोगों नाल जानवरां वर्गा सलूक करन अते भारत को लुट्टण का दोष लगाया। इस दे नाल ही उन्होंने कहा कि पश्चिमी देश भी रूस को बस्ती बनाना चाहते हैं और रूस को कमज़ोर करने का मौका लभ रहे हैं। न्यूज़ एजेंसी रॉयटर्स मुताबिक पुतिन ने क्रेमलिन में अपने भाषण के एक हिस्से में कहा, पश्चिम ने अपनी बस्तीवादी नीति मध्य युग में वापस शुरू की और फिर गुलाम व्यापार अमरीका में भारतीय कबायली समूहों की नस्लकुशी, भारत की लुट और अफ्रीका और चीन के विरुद्ध इंग्लैंड और फ्रांस दी लड़ाइयां कीतियां। पुतिन ने अगे कहा, पश्चिम जो कर रहा है वो सारे देशों को नशा कर रहा सी अते जानबूझ के सारे नस्ली समूहों को तबाह कर रहा सी। वो जमीन और सांधना लई जानवरां वांग लोगों का शिकार करते सन। ये मनुखी सुभाव, सच्चाई, आज़ादी और न्याय के विरुद्ध है। पुतिन ने कहा कि पश्चिम हुण पूर्ण नैतिक नियमां, धर्म और परिवार के कट्टरपंथी इनकार वाल वधिया है। पश्चिमी कुलीन वर्ग सारे समाजों विरुद्ध तानाशाही कर रहे हैं, जिसका पश्चिमी देशों के लोगों का भी शिकार करना शामिल है। ये सारियां लई चुनौती है। ये मनुखता का पूर्ण इनकार, विश्वास और परंपरागत कदरां कीमतां नूं उखाड़ सुटना है। असल में आज़ादी के दमन नूं अपने आप में एक धर्म दीयां विशेषतावां नूं लै लिया गया है। ये पूर्ण शैतानवाद है। पुतिन ने कहा, संयुक्त राज्य दुनिया का इकलौता देश है जिसने 2 बार परमाणु हथियारों की वरतों की है, जिसकी उदाहरण जापान में हिरोशिमा और नागासाकी की तबाही द्वारा की जा सकती है। पुतिन ने कहा, अज भी जर्मनी, जापान, कोरिया गणराज और होर देशों से इसका कंट्रोल है और उस समय उन्होंने बराबर दर्जे के सहयोगी दसदा है।
ਆਪ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਝੋਨੇ ਦੀ ਪਹਿਲੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ। ਨਵੀਂ ਸਰਕਾਰ ਲਈ ਝੋਨੇ ਦੀ ਖਰੀਦ ਇੱਕ ਪ੍ਰੀਖਿਆ ਹੋਵੇਗੀ ਅਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪੰਜਾਬ ਸਰਕਾਰ ਨੇ 187 ਲੱਖ ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਸਨ। ਪੰਜਾਬ ਵਿੱਚ ਇਸ ਵਾਰ 30.84 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਜਾਈ ਹੋਈ ਹੈ। ਇਸ ਵਾਰ ਪੰਜਾਬ ਸਰਕਾਰ ਨੇ 200 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰਨ ਦਾ ਟੀਚਾ ਮਿੱਥਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਝੋਨੇ ਦੀ ਖਰੀਦ ਲਈ 36,999 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰ ਦਿੱਤੀ ਗਈ ਹੈ, ਜਦਕਿ ਕੈਸ਼ ਕ੍ਰੈਡਿਟ ਲਿਮਿਟ ਦੀ ਬਾਕੀ ਰਕਮ 7500 ਰੁਪਏ ਨਵੰਬਰ ਮਹੀਨੇ ਵਿੱਚ ਜਾਰੀ ਹੋਵੇਗੀ। ਪਿਛਲੇ ਸਾਲ 181 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਇਸ ਵਾਰ ਪਹਿਲਾ ਮੌਸਮ ਜ਼ਿਆਦਾ ਗਰਮ ਰਹਿਣ ਅਤੇ ਬਾਅਦ ਵਿੱਚ ਬੇਮੌਸਮੇ ਮੀਂਹ ਕਾਰਨ ਇਸ ਵਾਰ ਝੋਨੇ ਦੇ ਝਾੜ ਦੇ ਘਟਣ ਦੀ ਸੰਭਾਵਨਾ ਬਣੀ ਹੋਈ ਹੈ, ਜਦਕਿ ਇਸ ਵਾਰ ਪਿਛਲੇ ਸਾਲ ਨਾਲੋਂ ਝੋਨੇ ਹੇਠ ਰਕਬਾ ਵਧਿਆ ਹੈ। ਮਾਲਵਾ ਖੇਤਰ ਵਿੱਚ ਕਰੀਬ 1 ਹਫ਼ਤਾ ਰੁਕ ਕੇ ਝੋਨੇ ਦੀ ਕਟਾਈ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਹੀ ਫਸਲ ਦਾਣਾ ਮੰਡੀ ਵਿੱਚ ਲਿਆਂਦੀ ਜਾਵੇਗੀ। ਝੋਨੇ ਦੀ ਖਰੀਦ ਲਈ ਪੰਜਾਬ ਮੰਡੀ ਬੋਰਡ ਨੇ ਸਾਰੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ। ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ GM ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸੂਬੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਉਹਨਾਂ ਦੱਸਿਆ ਕਿ ਦਾਣਾ ਮੰਡੀਆਂ ਦੀ ਸਾਫ਼ ਸਫਾਈ ਦਾ ਕੰਮ ਹੋ ਗਿਆ, ਜਦਕਿ ਰਾਤ ਸਮੇਂ ਲਾਈਟਾਂ ਅਤੇ ਕਿਸਾਨਾਂ ਦੀ ਸਹੂਲੀਅਤ ਦੇ ਹੋਰ ਪ੍ਰਬੰਧ ਮੰਡੀਆਂ ਵਿੱਚ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਇਸ ਵਾਰ 200 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਹੈ। ਬਰਾੜ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸੂਬੇ ਵਿੱਚ 2168 ਖਰੀਦ ਕੇਂਦਰ ਬਣਾਏ ਗਏ ਨੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਾਣਾ ਮੰਡੀਆਂ ਵਿੱਚ ਝੋਨੇ ਨੂੰ ਸੁਕਾ ਕੇ ਲਿਆਉਣ ਤਾਂ ਜੋ ਜਲਦੀ ਤੋਂ ਜਲਦੀ ਖਰੀਦ ਹੋ ਸਕੇ। ਉਹਨਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ ਇਸ ਵਾਰ 17% ਦੀ ਨਮੀ ਦਾ ਮਾਪਦੰਡ ਤੈਅ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਨੇ ਅੱਜ ਭਾਰੀ ਸ਼ੋਰ ਸ਼ਰਾਬੇ ਦੌਰਾਨ ਵਿਜੀਲੈਂਸ ਕਮਿਸ਼ਨ ਰੱਦ ਕਰਨ ਸਮੇਤ 3 ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ 'ਚ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ 2022 ਅਤੇ ਪੰਜਾਬ ਵਿਲੇਜ ਕਾਮਨ ਲੈਂਡਸ ਰੈਗੂਲੇਸ਼ਨ ਐਕਟ 1961 ਦੀ ਧਾਰਾ 2G ਵਿੱਚ ਸੋਧ ਸ਼ਾਮਿਲ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਰੱਦ ਬਿੱਲ 2022 ਸਦਨ ਵਿੱਚ ਪੇਸ਼ ਕੀਤਾ। ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਦਾ ਮੁੱਖ ਕਾਰਜ ਭ੍ਰਸ਼ਟਾਚਾਰ ਰੋਕੂ ਐਕਟ 1988, ਭ੍ਰਸ਼ਟਾਚਾਰ ਰੋਕੂ ਸੋਧ ਐਕਟ 2018 ਤਹਿਤ ਕਿਸੇ ਜਨ ਪ੍ਰਤੀਨਿਧੀ ਤੇ ਅਪਰਾਧ ਕਰਨ ਦੇ ਦੋਸ਼ ਲਾਉਣ ਵਾਲੀਆਂ ਸ਼ਿਕਾਇਤਾਂ ਦੀ ਜਾਂਚ ਕਰਨਾ ਜਾਂ ਜਾਂਚ ਕਰਵਾਉਣਾ ਅਤੇ ਵਿਜੀਲੈਂਸ ਬਿਊਰੋ ਤੇ ਪੁਲਿਸ ਅਦਾਰੇ ਦੇ ਕੰਮਕਾਜ ਤੇ ਨਿਗਰਾਨੀ ਅਤੇ ਕੰਟਰੋਲ ਰੱਖਣਾ ਹੈ। ਉਹਨਾਂ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2020, ਜਿਸ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨ ਐਕਟ 2003 ਦੀ ਤਰਜ਼ ਤੇ ਲਾਗੂ ਕੀਤਾ ਜਾਣਾ ਸੀ, ਪਰ ਇਹ ਕਮਿਸ਼ਨ ਗੰਭੀਰ ਭਟਕਣਾ ਦਾ ਸ਼ਿਕਾਰ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਐਕਟ ਅਧੀਨ ਗਠਿਤ ਕੀਤਾ ਗਿਆ ਵਿਜੀਲੈਂਸ ਕਮਿਸ਼ਨ ਸਰਕਾਰੀ ਖਜ਼ਾਨੇ ਤੇ ਬੋਝ ਬਣਨ ਤੋਂ ਇਲਾਵਾ ਕਿਸੇ ਵੀ ਲਾਭਦਾਇਕ ਉਦੇਸ਼ ਦੀ ਪੂਰਤੀ ਕਰਨ ਦੀ ਸੰਭਾਵਨਾ ਨਹੀਂ ਰੱਖਦਾ। ਇਸ ਲਈ ਆਪਸੀ ਵਿਰੋਧੀ ਲੰਬਨਤਾ, ਨਤੀਜੇ ਵਜੋਂ ਦੇਰੀ ਅਤੇ ਸੰਚਾਰ ਵਿੱਚ ਪਾੜੇ ਤੋਂ ਬਚਣ ਲਈ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2020 ਦਾ ਪੰਜਾਬ ਐਕਟ ਨੰਬਰ 20 ਨੂੰ ਰੱਦ ਕਰਨਾ ਜ਼ਰੂਰੀ ਹੋ ਗਿਆ ਹੈ। ਸੂਬਾ ਸਰਕਾਰ ਨੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 2020 ਦਾ ਪੰਜਾਬ ਐਕਟ ਨੰਬਰ 20 ਨੂੰ ਰੱਦ ਕਰਕੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਰੱਦ ਐਕਟ 2022 ਲਾਗੂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਐਕਟ 13 ਨਵੰਬਰ 2020 ਨੂੰ ਲਾਗੂ ਹੋਇਆ ਸੀ। ਇਸ ਐਕਟ ਤਹਿਤ ਬਣਾਏ ਗਏ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਨੇ ਲੋੜੀਂਦੇ ਉਦੇਸ਼ ਪ੍ਰਾਪਤ ਨਹੀਂ ਕੀਤੇ ਨੇ। ਉਹਨਾਂ ਕਿਹਾ ਕਿ ਇਹ ਫੈਸਲਾ ਰਾਜ ਵਾਸੀਆਂ ਦੇ ਵਡੇਰੇ ਲੋਕ ਹਿੱਤ ਵਿੱਚ ਲਿਆ ਗਿਆ ਹੈ। ਵਿਧਾਨ ਸਭਾ ਵਿੱਚ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ 2022 ਵੀ ਪਾਸ ਕਰ ਦਿੱਤਾ ਗਿਆ ਹੈ। ਵਿੱਤ ਯੋਜਨਾ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿੱਲ ਸਦਨ ਵਿੱਚ ਪੇਸ਼ ਕੀਤਾ, ਜਿਸ ਨੂੰ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਸ਼੍ਰੀ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਖਜ਼ਾਨੇ ਦੀ ਹਾਲਤ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੀਆਂ ਖਾਮੀਆਂ ਦੂਰ ਕਰ ਦਿੱਤੀਆਂ ਨੇ ਅਤੇ ਜਾਲੀ ਬਿਲਿੰਗ ਰੱਦ ਕਰ ਦਿੱਤੀ ਹੈ, ਜਿਸ ਨਾਲ ਨਾ ਸਿਰਫ ਵਪਾਰੀਆਂ ਨੂੰ ਫਾਇਦਾ ਹੋਵੇਗਾ ਸਗੋਂ ਸੂਬੇ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਚੀਮਾ ਨੇ ਕਿਹਾ ਕਿ ਟੈਕਸ ਚੋਰੀ ਕਰਨ ਵਾਲੇ ਲੋਕਾਂ ਤੇ ਰੋਕ ਲਾਉਣ ਲਈ ਧਾਰਾ 16 ਵਿੱਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਨਾਲ ਸਰਕਾਰ ਕੋਲ ਅਧਿਕਾਰ ਆ ਜਾਵੇਗਾ, ਜਿਸ ਨਾਲ ਟੈਕਸ ਦਾਤੇ ਨੂੰ ਕੁਝ ਹਾਲਤ ਵਿੱਚ ਟੈਕਸ ਦਾ ਕ੍ਰੈਡਿਟ ਲੈਣ ਤੋਂ ਰੋਕਿਆ ਜਾ ਸਕੇਗਾ। ਉਹਨਾਂ ਕਿਹਾ ਕਿ ਵਪਾਰੀਆਂ ਦੀ ਸਹੂਲੀਅਤ ਲਈ ਟੈਕਸ ਦਾ ਕ੍ਰੈਡਿਟ ਲੈਣ ਦਾ ਸਮਾਂ 30 ਸਤੰਬਰ ਤੋਂ ਵਧਾ ਕੇ 3 ਨਵੰਬਰ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਰਿਟਰਨ ਪੇਸ਼ ਕਰਨ ਨੂੰ ਤਰਕਸੰਗਤ ਬਣਾਉਣ ਲਈ ਐਕਟ ਦੀ ਧਾਰਾ 37, 38 ਅਤੇ 39 ਵਿੱਚ ਸੋਧ ਪਾਸ ਕੀਤੀ ਗਈ ਹੈ। ਸਦਨ ਵੱਲੋਂ ਜੁਮਲਾ ਮੁਸ਼ਤਰਕਾ
ਮਾਲਕਾਨ ਜ਼ਮੀਨ ਸਾਂਝੀ ਪੇਂਡੂ ਜ਼ਮੀਨ ਦੀ ਪੂਰਨ ਮਾਲਕੀ ਗ੍ਰਾਮ ਪੰਚਾਇਤਾਂ ਨੂੰ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਸ ਰੈਗੂਲੇਸ਼ਨ ਐਕਟ 1961 ਦੀ ਧਾਰਾ 2G ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸੋਧ ਨਾਲ ਹੁਣ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ ਸਾਂਝੀ ਪੇਂਡੂ ਜ਼ਮੀਨ ਦੀਆਂ ਮਾਲਕ ਸਿਰਫ ਗ੍ਰਾਮ ਪੰਚਾਇਤਾਂ ਹੋਣਗੀਆਂ। ਧਾਰਾ 2G ਵਿੱਚ ਕੀਤੀ ਇਸ ਸੋਧ ਮੁਤਾਬਿਕ ਈਸਟ ਪੰਜਾਬ ਹੋਲਡਿੰਗਸ Conciliation and Prevention of Fragmentation Act 1948 ਈਸਟ ਪੰਜਾਬ ਐਕਟ 50 ਆਫ 1948 ਦੀ ਧਾਰਾ 18 ਅਧੀਨ ਪਿੰਡ ਦੇ ਸਾਂਝੇ ਮੰਤਵਾਂ ਲਈ ਰਾਖੀ ਗਈ ਜ਼ਮੀਨ ਦਾ ਪ੍ਰਬੰਧ ਤੇ ਕੰਟਰੋਲ ਉਪਰੋਕਤ ਐਕਟ ਦੀ ਧਾਰਾ 23A ਤਹਿਤ ਗ੍ਰਾਮ ਪੰਚਾਇਤ ਨੂੰ ਹੋਵੇਗਾ। ਪੰਜਾਬ ਵਿਧਾਨ ਸਭਾ ਵਿੱਚ ਮੰਤਰੀ ਫੌਜਾ ਸਿੰਘ ਸਰਾਰੀ ਦੇ ਮੁੱਦੇ ਤੇ ਕਾਂਗਰਸ ਦੇ ਵਿਧਾਇਕਾਂ ਨੇ ਦੂਜੇ ਦਿਨ ਵੀ ਲਗਾਤਾਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਫਰ ਕਾਲ ਦੌਰਾਨ ਸਰਾਰੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ, ਰੇਤ ਬਜਰੀ ਦੀ ਕਾਲਾਬਾਜ਼ਾਰੀ, ਕਾਨੂੰਨ ਵਿਵਸਥਾ, ਕੁਦਰਤੀ ਕਰੋਪੀਆਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਸਮੇਤ ਹੋਰ ਪੱਖਤੇ ਮੁੱਦਿਆਂ ਤੇ ਚਰਚਾ ਦੀ ਮੰਗ ਕੀਤੀ। ਸਪੀਕਰ ਨੇ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਤਾਂ ਕਾਂਗਰਸੀ ਵਿਧਾਇਕਾਂ ਨੇ ਸਰਾਰੀ ਦੇ ਮੁੱਦੇ ਤੇ ਸ਼ੋਰ ਸ਼ਰਾਬਾ तेज कर दिता। कांग्रेस के सारे विधायक स्पीकर के आसन सामने आके नारे मारन लगे, पर स्पीकर ने कार्रवाई जारी रखी और 3 अहम बिल भारी हंगामे दौरान पास हो गए। भाजपा ने मंग की कि श्री सरारी के मामले ते सरकार खास करके मुख्यमंत्री अपना रुख स्पष्ट करन और सदन में बयान देन। विरोधी धिर के मैंबरों वालों की जा रही नारेबाजी दौरान सदन में तड़खी वाला माहौल भी बनया और हाकम धिर के मैंबरों ने भी नारेबाजी शुरू कर दी। पंजाब विधान सभा के विशेष सैशन का अज तीसरा दिन सी, जिसका एक हिस्सा प्रदर्शनों की भेंट चढ़ गया। स्पीकर कुलतार सिंह संधवा ने कांग्रेस विधायकों वालों किए जा रहे प्रदर्शन को लोक विरोधी करार दिंदिया कहा कि सोमवार को प्रदर्शन कर रहे विधायकों को कार्रवाई वाल तैयार होकर आना चाहिए। उन्होंने कहा कि सदन की कार्रवाई 4.5 घंटे चलनी सी, पर कांग्रेसी विधायकों के बेलोड़े प्रदर्शन करके इसनूं 1.5 घंटे में ही खत्म करना पै रहा है। उन्होंने कहा कि पूरी दुनिया के पंजाबी सैशन को वेख रहे हैं और कांग्रेसी मैंबर लोगों का समा ते पैसा बर्बाद कर रहे हैं। श्री संधवा ने कांग्रेसी विधायकों ते स्पीकर के रुतबे का अपमान करने के दोष भी लाए। विरोधी धिर के विधायकों ने स्पीकर के निर्देशों और धमकियों को नज़रअंदाज करके प्रदर्शन और नारेबाजी जारी रखी। दिलचस्प तथ्य यह है कि कांग्रेसी विधायकों वालों मंत्री सरारी के विरोध में किए जा रहे प्रदर्शनों से श्रोमणी अकाली दल के मैंबरों ने उन्होंने साथ ना दिता। कांग्रेसी मैंबर जो प्रदर्शन लई सदन के विचकार आए तो अकाली दल के तीनों मैंबरों ने विधान सभा चों वॉकआउट कर दिता। भाजपा के दोवें विधायक अज तीजे दिन भी सदन तो गैर हाजिर सन। कांग्रेस के प्रदर्शनों से टिप्पणी करदियां मुख्यमंत्री भगवंत मान ने स्पीकर की मान मर्यादा से सवाल खड़े करने की निंदा की। उन्होंने कहा कि कांग्रेस भाजपा लई काम कर रही है और उन्होंने अधिकारित तौर पर अपनी पार्टी के नाल भाजपा का नाम भी लिखना चाहिए। वित्त मंत्री हरपाल सिंह चीमा ने कहा कि विरोधी धिर को सत्ताधारी पार्टी विरुद्ध कोई मुद्दा नहीं और ना ही कांग्रेस ने अपने हल्कों का कोई मुद्दा उठाया। उन्होंने कहा कि कांग्रेस सिर्फ अपने स्वार्थ लिए काम कर रही है। इजलास दौरान पंजाब विधान सभा की कार्रवाई विच कांग्रेसी विधायकों वालों पाए जाते अड़िके का गंभीर नोटिस लैंदियां स्पीकर कुलतार सिंह संधवा ने विरोधी धिर नूं सिट्टे भुगतण लई तैयार रहने की चेतावनी दी है। संधवा ने कहा कि इजलास की कार्रवाई नूं चलाउण ते रोज़ाना 70 तो 80 लाख रुपए का खर्चा आउंदा है। उन्होंने कहा कि कांग्रेसी विधायकों वालों पाए रोले रप्पे करके सदन की कार्रवाई मुलतवी होने नाल कीमती समा ते लोगों का पैसा बर्बाद होता है। उन्होंने कहा कि पंजाब के 3 करोड़ लोग सदन की कार्रवाई के सीधे प्रसारण को देखते हैं, पर मुख्य विरोधी धिर कांग्रेस ने इजलास का एक होर बर्बाद दिन करके पंजाब के लोगों नाल धरोह कमाया। उन्होंने कांग्रेसी विधायकों को चेतावनी दी कि वह सोमवार को अपने खिलाफ कार्रवाई लई तैयार होकर आउण। पंजाब के कैबिनेट मंत्री अमन अरोड़ा ने शुक्रवार को सदन में हंगामा करके कार्रवाई प्रभावित करने लई विरोधी धिर ते निशाना बिन्निया ते विरोधी धिर नेता प्रताप सिंह बाजवा ते पंजाब विच भाजपा के शक्की एजेंडे को लागू करने लई गुप्त तौर पर काम करने का दोष लगाया। उन्होंने कहा कि विरोधी धिर ने विधान सभा में हंगामा करके पंजाबियों नाल धोखा किया है।
सदन में दोपहर 3:30 तक कामकाज चलना सी, पर कांग्रेस ने सैशन में कोई मुद्दा उठाने की बजाय परेशान करना पसंद किया, जबकि विरोधी धिर की बेनती ते ही सैशन में 4 दिन लई वधाया गया सी। फिर भी उन्होंने सैशन की सुचज्जी वरतों नहीं की। ये लोगों दी समस्यावां प्रति उन्होंने रुचि की कमी नूं दर्शाउंदा है। विरोधी धुर के नेता ते निशाना साधदियां मंत्री ने कहा, मैनूं लगदा कि प्रताप सिंह बाजवा हुण प्रताप सिंह भाजपा बन गए ने। ਉਹ भाजपा के इशारे ते काम कर रहे हैं और ऑपरेशन लोटस ਨੂੰ लागू करवाना चाहते हैं। सुप्रीम कोर्ट वालों हरियाणा सिख गुरुद्वारा मैनेजमेंट एक्ट 2014 ਨੂੰ मान्यता देने वाले फैसले विरुद्ध श्रोमणी कमेटी के समूह मैंबरों वालों विशेष इजलास किया गया। इस दौरान अहम और पास करदियां हर पद्धर ते तिखे संघर्ष लड़न का ऐलान किया गया। ये विशेष इजलास इतिहासिक तेजा सिंह समुद्री हाल विखे श्री गुरु ग्रंथ साहब जी की हजूरी विच होया, जिस विच तख्त श्री केसगढ़ साहब के जत्थेदार ज्ञानी रघुवीर सिंह, श्री अकाल तख्त साहब के मुख ग्रंथी ज्ञानी मलकीत सिंह, श्रोमणी कमेटी प्रधान एडवोकेट हरजिंदर सिंह धामी समेत 90 के करीब मैंबरों ने शमूलियत की। इस मौके श्रोमणी कमेटी वालों अहम 6 मते प्रस्ताव किए गए। प्रस्ताव 1, हरियाणा कमेटी ਨੂੰ मान्यता देना सिख शक्ति ਨੂੰ कमज़ोर करने की कोशिश है, जिसनों किसी कीमत पर कामयाब नहीं होने दिता जाएगा। प्रस्ताव 2, श्रोमणी कमेटी ਨੂੰ तोड़न ਲਈ सिख विरोधी ताकतां मिल के काम कर रही ने। कांग्रेस पहला तो ही सिख विरोधी रही है और हुण भाजपा और RSS भी इसे कदम पर चल रही है। हरियाणा एक्ट ਨੂੰ RSS की शह पर मान्यता दी गई है। प्रस्ताव 3, चीफ जस्टिस UU ललित तो मंग की गई है कि हरियाणा गुरुद्वारा मैनेजमेंट एक्ट 2014 राजनीति तो प्रेरित है, जिसते मुड़ विचार चर्चा करनी चाहिए है। ये एक्ट सिख गुरुद्वारा एक्ट 1925 विच सीधा दखल है। इस मामले के संबंध में 5 मैंबरी संविधानिक बेंच के जरिए SGPC का पक्ष सुनिया जाएगा। प्रस्ताव 4, गृह मंत्री 1025 एक्ट विच दखल देने वाले हरियाणा कमेटी एक्ट 2014 ਨੂੰ रद्द करने ਲਈ संसद अंदर ऑर्डीनेंस पास करन। भारत सरकार वालों सुप्रीम कोर्ट अंदर रिव्यू पटिशन पाई जाए। प्रस्ताव 5, 4 अक्तूबर ਨੂੰ SGPC दफ्तर तो DC दफ्तर तक रोस मार्च करते हुए मंग पत्र सौंपया जाएगा। संगतां ਨੂੰ जागरूक करने ਲਈ तख्त श्री दमदमा साहब, श्री केसगढ़ साहब और श्री अकाल तख्त साहब तक मार्च कढ़िया जाएगा। हरियाणा के मुख्य मंत्री का घेराव करने के नाल कमेटी के मैंबरों वालों दिल्ली विखे धरना दिता जाएगा। प्रस्ताव 6, श्री अकाल तख्त साहब के जत्थेदार ਨੂੰ अपील की गई है कि वह सिख संप्रदावां, सभा सोसाइटियां, गुरमत टकसालां, निहंग जत्थेबंदियां आदि नाल मुलाकात करके विचार चर्चा करन, फिर 5 सिंह साहिबानां नाल बैठक करन। देश विच हाई स्पीड इंटरनेट का नवा दौर शुरू होने जा रहा है। प्रधानमंत्री नरेंद्र मोदी इंडिया मोबाइल कांग्रेस 2022 के उद्घाटन मौके रस्मी तौर पर 5G इंटरनेट लॉन्च करनगे। देश ਦੀਆਂ 3 सब तो वड्डियां टैलीकॉम कंपनियां प्रोग्राम में प्रधानमंत्री मोदी के सामने 5G इंटरनेट का इको एक डैमो प्रदर्शित करनगियां। रिलायंस जियो मुंबई के स्कूल अध्यापकों ਨੂੰ महाराष्ट्र, गुजरात और उड़ीसा के विद्यार्थियों नाल 5G नैटवर्क नाल जोड़ेगा। इस विच अध्यापक एगमोटेंट रियलिटी की वरतों करके मीलों दूर बैठे विद्यार्थियों को पढ़ाउणगे। एयरटेल के डैमो विच उत्तर प्रदेश का एक विद्यार्थी वर्चुअल रियलिटी और एगमोटेंट रियलिटी की मदद नाल सोलर सिस्टम को समझेगा, फिर इसका अनुभव PM मोदी नाल साझा करेगा। वोडाफोन अपने 5G टेस्ट दौरान वर्करां की सुरक्षा नाल संबंधित प्रदर्शन दिखाएगा। इस विच दिल्ली मैट्रो की उसारी अधीन टनल का एक जुड़वा सुरंग एगमोटेंट और वर्चुअल रियलिटी राही बनाया जाएगा। इस नाल संभावी खतरे का पहला तो अनुमान लगाया जा सकेगा। ऑगमेंटेड रियलिटी विच टैक्नोलॉजी की मदद नाल तुहाडे आले दुआले के माहौल की तरह डिजिटल दुनिया बनाई जाती है। दस दईए कि PM मोदी इंडिया मोबाइल्स कांग्रेस विच 5G नाल संबंधित होर तकनीकों का भी जायजा लैणगे। वो 5G आधारित ड्रोन राही खेती की तकनीक, सीवर निगरानी प्रणाली, सेहत नाल जुड़ी तकनीक और साइबर सिक्योरिटी के लिए खास प्लेटफॉर्म भी देखे जाएंगे। कश्मीर में श्रीनगर जम्मू हाईवे ते मुरम्मत काम के चलते ट्रकों में पए कई हज़ार टन सेब खराब हो रहे हैं। स्थानक किसानों और संघ के नेता इस स्थिति तो नाराज़ ने। कश्मीर के हाईवे ते चल रहे मुरम्मत काम के चलते स्थानक सेबों नाल लदे सैकड़े ट्रक सड़कों पर फस गए हैं।
ਬਾਗਬਾਨ ਇਸ ਨੂੰ ਇੱਕ ਤਰ੍ਹਾਂ ਦੀ ਲੁੱਟ ਦੱਸ ਰਹੇ ਨੇ। ਬਾਗਬਾਨ ਸੇਬਾਂ ਨੂੰ ਮੰਡੀ 'ਚ ਲੈ ਕੇ ਜਾਣ ਦੀ ਬਜਾਏ ਕੋਲਡ ਸਟੋਰੇਜ ਵਾਲਿਆਂ ਨੂੰ ਵੇਚਣ ਲਈ ਮਜਬੂਰ ਨੇ। ਹਾਈਵੇ ਤੇ 2-3 ਦਿਨ ਟਰੱਕ ਖੜੇ ਰਹਿਣ ਕਾਰਨ ਸੇਬ ਸੜਨ ਲੱਗਦਾ ਹੈ। ਇਸ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗਣ ਲੱਗਦੀਆਂ ਨੇ। ਦੱਸ ਦਈਏ ਕਿ ਭਾਰਤ ਦੇ ਇਸ ਖੇਤਰ ਦੇ ਲੋਕਾਂ ਲਈ ਫਲਾਂ ਦੀ ਖੇਤੀ ਰੋਜ਼ੀ ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਹੈ। ਇੱਥੇ ਕਰੀਬ 30 ਲੱਖ ਲੋਕਾਂ ਦੀ ਫਲਾਂ ਦੀ ਖੇਤੀ ਨਾਲ ਰੋਜ਼ੀ ਰੋਟੀ ਚੱਲਦੀ ਹੈ। ਆਵਾਜਾਈ ਦੇ ਮਾੜੇ ਪ੍ਰਬੰਧਾਂ ਤੋਂ ਕਿਸਾਨ ਨਾਰਾਜ਼ ਨੇ। ਕਸ਼ਮੀਰ ਤੋਂ ਸੀਜ਼ਨ ਵਿੱਚ ਰੋਜ਼ ਹਜ਼ਾਰਾਂ ਟਨ ਸੇਬ ਨਿਕਲਦੇ ਨੇ। ਹਾਈਵੇ ਤੇ ਕਈ ਦਿਨਾਂ ਤੱਕ ਟਰੱਕਾਂ ਦੇ ਫਸੇ ਰਹਿਣ ਕਾਰਨ ਸੇਬਾਂ ਦੀਆਂ ਕੀਮਤਾਂ ਆਪਣੇ ਆਪ ਹੀ ਡਿੱਗ ਜਾਂਦੀਆਂ ਨੇ। ਪ੍ਰਸ਼ਾਸਨ ਦਾ ਤਰਕ ਹੈ ਕਿ ਹਾਈਵੇ ਨੂੰ ਜ਼ਮੀਨ ਖਿਸਕਣ ਅਤੇ ਨਿਰਮਾਣ ਕੰਮ ਕਾਰਨ ਬੰਦ ਕਰਨਾ ਪੈਂਦਾ ਹੈ। ਉਧਰ ਸ਼੍ਰੀਨਗਰ ਦੇ ਇੱਕ ਬਾਗਬਾਨ ਨੇ ਦੱਸਿਆ ਕਿ ਇੱਕ ਵੱਡੇ ਟਰੱਕ ਵਿੱਚ ਸੇਬ ਦੀ 1200 ਪੇਟੀਆਂ ਆਉਂਦੀਆਂ ਨੇ। ਹਰ ਪੇਟੀ ਵਿੱਚ ਘੱਟੋ ਘੱਟ 20 ਕਿਲੋ ਸੇਬ ਹੁੰਦੇ ਨੇ। 3 ਦਿਨ ਸੇਬ ਫਸਿਆ ਰਹੇ ਤਾਂ ਹਰ ਪੇਟੀ ਤੋਂ 300 ਤੋਂ 400 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।